ਬੇਬੇ ਬੜੇ ਹੌਸਲੇ ਵਾਲੀ ਸੀ। ਮੈਂ ਬੇਬੇ ਨੂੰ ਕਦੇ ਬਹੁਤਾ ਭਾਵਕ ਹੁੰਦੇ ਨਹੀਂ ਸੀ ਵੇਖਿਆ, ਨਾ ਹੀ ਆਮ ਔਰਤਾਂ ਵਾਂਗ ਛੇਤੀ ਕਿਤੇ ਉਹਦੀ ਅੱਖ 'ਚ ਨਮੀ ਆਉਂਦੀ ਸੀ। ਔਖੇ ਤੋਂ ਔਖੇ ਵੇਲੇ ਵੀ ਉਹ ਬੜੇ ਜ਼ਾਬਤੇ 'ਚ ਬੜੀ ਅਡੋਲ ਰਹਿੰਦੀ ਸੀ। ਉਹਨੂੰ ਮੈਂ ਕਿਸੇ ਦੁੱਖ 'ਚ ਬਹੁਤਾ ਦੁਖੀ ਤੇ ਖੁਸ਼ੀ 'ਚ ਬਹੁਤਾ ਖੁਸ਼ ਹੁੰਦੇ ਨਹੀਂ ਸੀ ਵੇਖਿਆ। ਔਖੇ ਵੇਲਿਆਂ 'ਚ ਉਹ ਆਪ ਤਾਂ ਸਹਿਜ ਬਣਾ ਕੇ ਰੱਖਦੀ ਹੀ ਸੀ, ਬਲਕਿ ਦੂਜਿਆਂ ਨੂੰ ਵੀ ਹੌਸਲੇ 'ਚ ਰਹਿਣ ਲਈ ਮਦਦਗਾਰ ਸਾਬਿਤ ਹੋਇਆ ਕਰਦੀ ਸੀ। ਮੇਰੇ ਜਗਿਆਸੂ ਮਨ ਨੂੰ ਕਦੇ ਬੇਬੇ ਦਾ ਹੱਦ ਦਰਜੇ ਦੀ ਨਰਮ ਤੇ ਕਦੇ ਸਖਤ ਰਵੱਈਆ ਬੜਾ ਪਰੇਸ਼ਾਨ ਕਰਦਾ। ਬੇਬੇ ਦੇ ਇਸ ਅਜੀਬ ਵਰਤਾਰੇ ਤੇ ਬੜੀ ਹੈਰਾਨੀ ਹੁੰਦੀ ਕਿ ਆਖਰ ਕੋਈ ਕਿਵੇਂ ਕਿਸੇ ਖੁਸ਼ੀ ਗਮੀ ਦਾ ਬਿਨਾਂ ਅਸਰ ਲਈ ਰਹਿ ਸਕਦਾ ਹੈ। ਇੰਨੀ ਤਾਂ ਮੈਨੂੰ ਸਮਝ ਲੱਗ ਚੁੱਕੀ ਸੀ, ਮੇਰੀ ਜਗਿਆਸਾ ਬੇਬੇ ਹੀ ਸ਼ਾਂਤ ਕਰ ਸਕਦੀ ਸੀ। ਪਰ ਬੇਬੇ ਸੀ ਕਿ ਸਾਡੇ ਨਾਲ ਹੋਰ ਗੱਲਾਂ ਤਾਂ ਬਥੇਰੀਆਂ ਕਰ ਲੈਂਦੀ ਸੀ, ਪਰ ਆਪਦੇ ਬਚਪਨ ਬਾਰੇ ਗੱਲਾਂ ਕਰਨੀਆਂ ਉਹਨੂੰ ਬਹੁਤਾ ਪਸੰਦ ਨਹੀਂ ਸੀ। ਮੈਨੂੰ ਹਮੇਸ਼ਾ ਬੇਬੇ ਦੀ ਵਿਆਹ ਤੋਂ ਪਹਿਲੀ ਜ਼ਿੰਦਗੀ ਬਾਰੇ ਜਾਣਨ ਦੀ ਤਾਂਘ ਰਹਿੰਦੀ, ਪਰ ਬੇਬੇ ਬਹੁਤੀ ਗੱਲ ਨਹੀਂ ਸੀ ਕਰਦੀ। ਬਹੁਤ ਬਾਅਦ ਵਿੱਚ ਮੇਰੇ ਜ਼ੋਰ ਦੇਣ ਤੇ ਬੇਬੇ ਦੁਆਰਾ ਕੁਝ ਗੱਲਾਂ ਸਾਂਝੀਆਂ ਕਰਨ ਤੇ ਕੁਝ ਬੇਬੇ ਦੇ ਜਾਣ ਤੋਂ ਬਾਅਦ ਬੀਬੀ ਤੋਂ ਜਾਣਿਆ ਕਿ ਬੇਬੇ ਦਾ ਬਚਪਨ ਕਿੱਡਾ ਕਠੋਰ ਸੀ, ਤਾਂ ਹੀ ਉਹ ਵਾਰ-ਵਾਰ ਉਹਨਾਂ ਵੇਲਿਆਂ ਨੂੰ ਯਾਦ ਨਹੀਂ ਸੀ ਕਰਨਾ ਚਾਹੁੰਦੀ। ਵੈਸੇ ਤਾਂ ਜੇ ਵੇਖਿਆ ਜਾਵੇ ਉਹਦੀ ਸਾਰੀ ਜ਼ਿੰਦਗੀ ਕਠੋਰ ਹੀ ਰਹੀ ਸੀ। ਬੇਬੇ ਦੇ ਦੱਸਣ ਮੁਤਾਬਕ ਉਹ ਕੇਵਲ 3 ਕੁ ਸਾਲਾਂ ਦੀ ਹੋਵੇਗੀ ਜਦੋਂ ਉਸਦੀ ਮਾਂ ਵਿਲਕਦੀ ਬਾਲੜੀ ਨੂੰ ਛੱਡ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਈ। ਉਦੋਂ ਰਿਵਾਜ ਹੋਰ ਤਰ੍ਹਾਂ ਦੇ ਸਨ। ਪੜ੍ਹਾਈ ਲਿਖਾਈ ਦੀ ਤਾਂ ਕੋਈ ਬਹੁਤੀ ਮਹੱਤਤਾ ਨਹੀਂ ਸੀ, ਨਾ ਹੀ ਸਾਧਨ ਹੀ ਸਨ। ਜੇ ਕੋਈ ਪੜ੍ਹਨਾ ਚਾਹੁੰਦਾ ਤਾਂ ਸੰਤਾਂ ਮਹਾਂਪੁਰਸ਼ਾਂ ਦੇ ਡੇਰਿਆਂ ਵਿੱਚ ਜਾ ਕੇ ਥੋੜ੍ਹਾ ਬਹੁਤਾ ਗਿਆਨ ਪ੍ਰਾਪਤ ਕਰਦਾ ਸੀ। ਇਹ ਸਹੂਲਤ ਵੀ ਬਹੁਤੇ ਪਿੰਡਾਂ ਵਿੱਚ ਨਹੀਂ ਸੀ ਹੁੰਦੀਆਂ। ਕੁੜੀਆਂ ਨੂੰ ਪੜ੍ਹਾਉਣਾ ਤਾਂ ਸੋਚਣ ਤੋਂ ਵੀ ਪਰੇ ਦੀ ਗੱਲ ਸੀ। ਜਿਵੇਂ ਹੀ ਥੋੜ੍ਹਾ ਸਿਆਣੀਆਂ ਹੁੰਦੀਆਂ, ਕੁੜੀਆਂ ਨੂੰ ਘਰ ਦੇ ਕੰਮ ਸਿੱਖਣ ਲਈ ਪ੍ਰੇਰਿਆ ਜਾਂਦਾ। ਆਮ ਕਿਹਾ ਜਾਂਦਾ ਹੈ ਕਿ ਪਰਾਏ ਘਰ ਜਾਣਾ ਹੈ, ਕੁਝ ਕੰਮ ਧੰਦਾ ਸਿੱਖ ਲਵੋ, ਨਹੀਂ ਤਾਂ ਪੇਕਿਆਂ ਨੂੰ ਉਲੰਭਾ ਆਊਗਾ। ਸਹੁਰੇ ਆਖਣਗੇ ਮਾਂ ਨੇ ਕੁਝ ਸਿਖਾ ਕੇ ਨਹੀਂ ਭੇਜੀ। ਵਿਆਹ ਵੀ ਛੋਟੀ ਉਮਰੇ ਹੀ ਕਰ ਦਿੱਤੇ ਜਾਂਦੇ। ਸੋ ਅਜਿਹੇ ਹਾਲਤਾਂ ਵਿੱਚ ਮਾਂ ਮਛੋਰ ਬੇਬੇ ਵੱਡੀਆਂ ਭੈਣਾਂ ਤੇ ਭਰਜਾਈਆਂ ਦੇ ਵੱਸ ਪੈ ਗਈ। ਬੇਬੇ ਬਹੁਤ ਛੋਟੀ ਸੀ, ਅਜੇ ਮਸਾਂ ਖੇਡਣ ਦੀ ਉਮਰ ਹੀ ਸੀ। ਕੁਝ ਮਾਂ ਦਾ ਵਿਛੋੜਾ ਉਹਦਾ ਕੰਮ ਕਰਨ ਨੂੰ ਕਿੱਥੇ ਜੀ ਕਰਨਾ ਸੀ, ਤਾਂ ਘਰ ਦੀਆਂ ਔਰਤਾਂ ਅਕਸਰ ਉਹਨੂੰ ਇਸ ਗੱਲੋਂ ਕੁੱਟ ਧਰਦੀਆਂ। ਜਦੋਂ ਬਾਪੂ ਨੇ ਖੇਤੋਂ ਘਰੇ ਆਉਣਾ ਤਾਂ ਬੇਬੇ ਨੇ ਬਾਪੂ ਦੇ ਗਲ ਲੱਗ ਕੇ ਰੋ ਰੋ ਕੇ ਵਿਥਿਆ ਸਾਂਝੀ ਕਰਨੀ। ਬਾਪੂ ਨੇ ਨਾਲੇ ਬੇਬੇ ਨੂੰ ਵਰਾਉਣਾ, ਨਾਲੇ ਬਾਕੀਆਂ ਨੂੰ ਵੀ ਸਮਝਾਉਣਾ ਕਿ ਨਾ ਭਾਈ ਮਾਰਿਆ ਨਾ ਕਰੋ, ਨਿਆਣੀ ਆ ਅਜੇ, ਆਪੇ ਵੱਡੀ ਹੋ ਕੇ ਸਿੱਖ ਜੂ ਬਥੇਰਾ ਕੰਮ। ਪਰ ਉਹਨਾਂ ਨੇ ਆਈ ਗਈ ਕਰ ਛੱਡਣੀ ਤੇ ਬਹੁਤਾ ਗੌਰ ਨਾ ਕਰਨਾ। ਹਾਲਾਤਾਂ ਵਿੱਚ ਕੋਈ ਬਹੁਤਾ ਫਰਕ ਨਾ ਪਿਆ। ਬੇਬੇ ਦੇ ਅਕਸਰ ਕੁੱਟ ਪੈ ਜਾਂਦੀ ਤੇ ਬੇਬੇ ਦਾ ਬਾਪੂ ਦੇ ਗਲ ਲੱਗ ਰੋਣਾ ਰੋਜ਼ ਦਾ ਕੰਮ ਬਣ ਗਿਆ। ਆਖਰ ਅੱਕੇ ਹੋਏ ਬਾਪੂ ਨੇ ਇੱਕ ਦਿਨ ਬੇਬੇ ਨੂੰ ਕਿਹਾ ਕਿ ਤੂੰ ਕੱਲ ਤੋਂ ਮੇਰੇ ਨਾਲ ਖੇਤ ਚੱਲਿਆ ਕਰੀਂ। ਘਰ ਦੀਆਂ ਔਰਤਾਂ ਨੇ ਬਥੇਰਾ ਵਿਰੋਧ ਕੀਤਾ ਕਿ ਇਉਂ ਇਹਦਾ ਵਿਆਹ ਕਿਵੇਂ ਕਰਾਂਗੇ, ਕੌਣ ਇਹਦਾ ਸਾਕ ਲਊ, ਘਰੇ ਰਹੂਗੀ ਤਾਂ ਹੀ ਕੁਛ ਸਿੱਖੂਗੀ। ਪਰ ਪਿਓ ਧੀ ਨੇ ਕਿਸੇ ਦੀ ਇੱਕ ਨਾ ਸੁਣੀ ਤੇ ਰੌਲਾ ਪੈਂਦਾ ਵਿੱਚੇ ਛੱਡ ਕੇ ਖੇਤ ਨੂੰ ਤੁਰ ਗਏ। ਬੇਬੇ ਦੱਸਦੀ ਹੁੰਦੀ ਸੀ ਕਿ ਚਾਚੀਆਂ ਤਾਈਆਂ ਤੇ ਭੈਣਾਂ ਭਰਜਾਈਆਂ ਆਪੇ ਹੌਲੀ-ਹੌਲੀ ਬੋਲ-ਬੋਲ ਕੇ ਹਟ ਗਈਆਂ ਤੇ ਫਿਰ ਜਿੰਨਾ ਚਿਰ ਬਾਪੂ ਜਿਉਂਦਾ ਰਿਹਾ ਉਹ ਹਰ ਰੋਜ਼ ਬਾਪੂ ਨਾਲ ਫਿਰ ਖੇਤ ਹੀ ਜਾਂਦੀ ਰਹੀ ਤੇ ਬਾਪੂ ਨਾਲ ਕੰਮ ਕਰਦੇ ਕਰਦੇ ਖੇਤੀ ਦੀਆਂ ਬਰੀਕੀਆਂ ਤੋਂ ਵੀ ਜਾਣੂ ਹੋ ਗਈ ਤੇ ਜ਼ੋਰ 'ਚ ਵੀ ਤਕੜੀ ਹੋ ਗਈ। ਖੇਤੀ ਪੱਤੀ ਕੰਮਕਾਰ ਕਰਦਿਆਂ ਦੇ ਪਿਓ ਧੀ ਦੇ ਵਧੀਆ ਦਿਨ ਲੰਘਣ ਲੱਗੇ। ਜਿਵੇਂ ਕਹਿੰਦੇ ਹਨ ਕਿ ਸਮਾਂ ਹਮੇਸ਼ਾ ਇੱਕਸਾਰ ਨਹੀਂ ਰਹਿੰਦਾ। ਬਾਪੂ ਅਚਾਨਕ ਬਿਮਾਰ ਹੋ ਗਿਆ ਤੇ ਮੁੜ ਬਿਸਤਰੇ ਤੋਂ ਨਹੀਂ ਉੱਠਿਆ। ਇੱਕ ਵਾਰ ਫੇਰ ਰੋਂਦੀ ਧੋਂਦੀ ਬੇਬੇ ਨੂੰ ਛੱਡ ਬਾਪੂ ਵੀ ਤੁਰ ਗਿਆ। ਖੈਰ ਹੁਣ ਬੇਬੇ ਵੀ ਬੱਚੀ ਨਹੀਂ ਸੀ ਰਹੀ। ਭਾਵੇਂ ਹੁਣ ਉਸਦਾ ਖੇਤ ਜਾਣਾ ਛੁੱਟ ਗਿਆ ਸੀ, ਪਰ ਹਾਲਾਤ ਪਹਿਲਾਂ ਵਾਲੇ ਨਹੀਂ ਸਨ ਰਹੇ। ਉਦਾਸੀ ਨੇ ਕੁਝ ਚਿਰ ਤਾਂ ਘੇਰਾ ਪਾਈ ਰੱਖਿਆ, ਪਰ ਛੇਤੀ ਹੀ ਬੇਬੇ ਨੇ ਦਿਲ ਕਰੜਾ ਜਿਹਾ ਕੀਤਾ ਤੇ ਉੱਠ ਕੇ ਘਰ ਦੇ ਕੰਮਾਂ ਵਿੱਚ ਲੱਗ ਕੇ ਬਾਪੂ ਦੇ ਵਿਛੋੜੇ ਵਾਲੀ ਸੱਟ ਤੇ ਮੱਲਮ ਲਾਉਣ ਦੇ ਯਤਨਾਂ ਵਿੱਚ ਰੁੱਝ ਗਈ। ਹੋਣੀ ਨੇ ਬੇਬੇ ਦੇ ਅਜੇ ਹੋਰ ਬੜੇ ਇਮਤਿਹਾਨ ਲੈਣੇ ਸਨ। ਬੇਬੇ ਤੋਂ ਵੱਡੇ ਉਹਦੇ 3 ਭਰਾ ਤੇ ਇੱਕ ਭੈਣ ਹੋਰ ਸਨ। ਇੱਕ ਭਰਾ ਫੌਜ ਵਿੱਚ ਸੀ, 2 ਵਿਆਹੇ ਹੋਏ ਤੇ ਇੱਕ ਵੱਡੀ ਭੈਣ ਅਜੇ ਕੁਆਰੀ ਸੀ। 4 ਕੁ ਦਿਨ ਹੀ ਸੌਖੇ ਲੰਘਦੇ। ਪੁਰਾਣੇ ਫੱਟਾਂ ਨੂੰ ਅਜੇ ਪੂਰਾ ਆਰਾਮ ਵੀ ਨਾ ਆਇਆ ਹੁੰਦਾ ਕਿ ਨਵੀਂ ਬਿੱਜ ਆ ਪੈਂਦੀ। ਔਖੇ ਸੌਖੇ ਦਿਨ ਲੰਘਦੇ ਰਹੇ।
कि दूजी संसार जंग लगन ਦੀਆਂ ਭੈੜੀਆਂ ਖਬਰਾਂ ਨੇ ਪਰਿਵਾਰ ਦਾ ਚੈਨ ਖੋਹ ਲਿਆ। ਕਹਿੰਦੇ ਨੇ ਡਰਦਿਆਂ ਦੇ ਡਰ ਅੱਗੇ ਆ ਹੀ ਜਾਂਦਾ। ਅਨਹੋਣੀ ਨੇ ਇੱਕ ਵਾਰ ਫੇਰ ਬੇਬੇ ਹੋਰਾਂ ਦੇ ਘਰ ਦਾ ਆ ਬੂਹਾ ਖੜਕਾਇਆ। ਤਾਬੂਤ ਵਿੱਚ ਬੰਦ ਫੌਜ ਦੀ ਟੁਕੜੀ ਸਮੇਤ ਫੌਜੀ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਸਾਰੇ ਟੱਬਰ ਦੇ ਹੱਥੋਂ ਭਾਂਡੇ ਛੁੱਟ ਗਏ। ਬੇਬੇ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ, ਪਰ ਹੁਣ ਬੁਲਾਉਣਾ ਵੀ ਕਿਹਨੇ ਸੀ। ਥੱਕ ਹਾਰ ਕੇ ਆਪੇ ਹੀ ਆਪਣੇ ਅਥਰੂ ਪੂੰਝੇ, ਦਿਲ ਤੇ ਪੱਥਰ ਰੱਖ ਕੇ ਭਰਾ ਨੂੰ ਆਖਰੀ ਸਫ਼ਰ ਲਈ ਘਰੋਂ ਵਿਦਾ ਕੀਤਾ ਤੇ ਨਾਲੇ ਬਾਕੀ ਟੱਬਰ ਨੂੰ ਸਾਂਭਿਆ। ਅੱਜ ਹੋਰ ਭਲਕ ਹੋਰ, ਹੌਲੀ ਹੌਲੀ ਫੇਰ ਜ਼ਿੰਦਗੀ ਆਪਣੀ ਤੋਰੇ ਤੁਰ ਪਈ। ਇਸ ਸਮੇਂ ਦੌਰਾਨ ਬੇਬੇ ਦੀ ਭੈਣ ਵੀ ਵਿਆਹੀ ਜਾ ਚੁੱਕੀ ਸੀ। ਲੱਗਦਾ ਸੀ ਥੋੜਾ ਸੌਖਾ ਸਾਹ ਆਉਣ ਲੱਗਾ ਹੈ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਹੋਣੀ ਨੇ ਫੇਰ ਆ ਦਸਤਕ ਦਿੱਤੀ ਤੇ ਕੱਤੇ ਦੀ ਬਿਮਾਰੀ ਨੇ ਆ ਘੇਰਾ ਪਾਇਆ। ਉਹ ਵੀ ਕਰੋਨਾ ਵਾਂਗ ਇੱਕ ਤਰ੍ਹਾਂ ਦੀ ਵਾਇਰਲ ਮਹਾਮਾਰੀ ਸੀ, ਜਿਸ ਨੇ ਘਰਾਂ ਦੇ ਘਰ ਵਿਹਲੇ ਕਰ ਦਿੱਤੇ। ਇਲਾਜ ਦੀਆਂ ਸਹੂਲਤਾਂ ਨਾ ਮਾਤਰ ਹੀ ਸਨ। ਉਹਨਾਂ ਵੇਲਿਆਂ 'ਚ ਕੋਈ ਵੀ ਘਰ ਇਸ ਬਿਮਾਰੀ ਦੇ ਹਮਲੇ ਤੋਂ ਬਚ ਨਹੀਂ ਸੀ ਸਕਿਆ। ਪਹਿਲਾਂ ਤੋਂ ਹੀ ਦੁੱਖਾਂ ਪੰਨੇ ਬੇਬੇ ਕੇ ਪਰਿਵਾਰ ਦੇ ਵੀ 2 ਜੀ, ਇੱਕ ਵੱਡਾ ਭਰਾ ਤੇ ਛੋਟੀ ਭਰਜਾਈ, ਕੱਤੇ ਦੀ ਬਿਮਾਰੀ ਨੇ ਨਿਗਲ ਲਏ। ਇੱਕ ਵਾਰ ਫੇਰ ਦੁੱਖਾਂ ਦਾ ਪਹਾੜ ਟੁੱਟ ਪਿਆ। ਉੱਪਰੋਂ ਥੱਲੀ ਹੋ ਰਹੀਆਂ ਮੌਤਾਂ ਨੇ ਰਹਿੰਦੇ ਜੀਆਂ ਦੇ ਅਥਰੂ ਵੀ ਮੁਕਾ ਦਿੱਤੇ ਸਨ। ਆਖਰ ਬਿਮਾਰੀ ਨੂੰ ਥੋੜੀ ਠੱਲ ਪਈ ਤੇ ਸ਼ਰੀਕੇ ਕਬੀਲੇ ਵਾਲਿਆਂ ਨੇ ਪਿੰਡ ਦੇ ਸਿਆਣਿਆਂ ਨਾਲ ਸਲਾਹ ਕਰਕੇ ਬੇਬੇ ਦੀ ਵੱਡੀ ਭਰਜਾਈ ਤੇ ਉਸਦੇ ਛੋਟੇ ਦਿਓਰ, ਜਾਣੀ ਕਿ ਬੇਬੇ ਦੇ ਛੋਟੇ ਭਰਾ ਦੀ ਚਾਦਰ ਪਾਉਣ ਦੀ ਰਸਮ ਸਿਰੇ ਚੜਾ ਕੇ ਉਹਨਾਂ ਦੇ ਘਰ ਰੋਟੀ ਪੱਕਦੀ ਕਰ ਦਿੱਤੀ। ਇਸ ਤੋਂ ਕੁਝ ਸਮਾਂ ਪਹਿਲਾਂ ਬੇਬੇ ਦਾ ਵੀ ਰਿਸ਼ਤਾ ਪੱਕਾ ਹੋ ਗਿਆ ਤੇ ਬੇਬੇ ਕਰਤਾਰ ਕੌਰ ਦਾ ਮੇਰੇ ਦਾਦਾ ਜੀ ਸਰਦਾਰ ਗੰਡਾ ਸਿੰਘ ਨਾਲ ਵਿਆਹ ਹੋ ਗਿਆ। ਬੇਬੇ ਵਿਆਹ ਕੇ ਸਹੁਰੇ ਘਰ ਆ ਗਈ। ਇੱਕ ਤਰ੍ਹਾਂ ਨਾਲ ਬੇਬੇ ਦੀ ਜ਼ਿੰਦਗੀ ਦਾ ਦੂਜਾ ਹਿੱਸਾ ਸ਼ੁਰੂ ਹੋ ਗਿਆ। ਭਾਰਤ ਪਾਕਿਸਤਾਨ ਦੀ ਅਜੇ ਵੰਡ ਨਹੀਂ ਸੀ ਹੋਈ। ਬਾਬਾ ਜੀ ਹੋਰਾਂ ਦੀ ਕੁਝ ਪੈਲੀ ਬਹਾਵਲਪੁਰ ਰਿਆਸਤ ਪਾਕਿਸਤਾਨ ਵਿੱਚ ਤੇ ਕੁਝ ਚੱਕ ਨੰਬਰ 27F ਰਾਜਸਥਾਨ ਵਿੱਚ ਸੀ। ਮਾਰੂਥਲ ਦੇ ਸਖਤ ਰਹਿਣ ਸਹਿਣ 'ਚ ਸੌਖਿਆ ਰਚ ਜਾਣਾ ਬਾਹਰੋਂ ਆਏ ਬੰਦੇ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ, ਪਰੰਤੂ ਬੇਬੇ ਤਾਂ ਲਗਾਤਾਰ ਜ਼ਿੰਦਗੀ ਦੇ ਥਪੇੜੇ ਖਾਂਦੀ ਇੱਥੇ ਪਹੁੰਚੀ ਸੀ। ਇਸ ਕਰਕੇ ਉਸ ਲਈ ਕੋਈ ਔਖਾ ਨਹੀਂ ਸੀ। ਉਸਨੇ ਇੱਥੇ ਵੀ ਪੂਰੀ ਦਲੇਰੀ ਨਾਲ ਹਾਲਾਤਾਂ ਦਾ ਸਾਹਮਣਾ ਕੀਤਾ। ਬਾਬਾ ਜੀ ਹੋਰੀ 5 ਭਰਾ ਸਨ, ਸਾਰੇ ਦੇ ਸਾਰੇ ਪੂਰੇ ਸਖਤ ਸੁਭਾਅ ਸਮੇਤ ਬੇਬੇ ਦੀ ਸੱਸ ਦੇ, ਜਿਸ ਨੂੰ ਉਹ ਅੰਮਾ ਜੀ ਕਹਿ ਕੇ ਯਾਦ ਕਰਦੀ ਹੁੰਦੀ ਸੀ। ਇਕੱਲੇ ਬਾਬਾ ਜੀ ਅਜੇ ਵਿਆਹੇ ਸਨ, ਬਾਕੀ ਭਰਾ ਅਜੇ ਕੁਆਰੇ ਹੀ ਸਨ। ਬਾਬਾ ਜੀ ਦੇ ਬਾਪੂ ਤੇ ਅੰਮਾ ਜੀ ਸਮੇਤ ਸਾਰੇ ਟੱਬਰ ਦੀ ਸਾਂਭ ਸੰਭਾਲ ਦਾ ਕੰਮ ਤਾਂ ਬੇਬੇ ਨੇ ਸੰਭਾਲ ਲਿਆ, ਪਰ ਕਈ ਹੋਰ ਚੁਣੌਤੀਆਂ ਵੀ ਅਜੇ ਬੇਬੇ ਦੇ ਮੂਹਰੇ ਆਉਣੀਆਂ ਬਾਕੀ ਸਨ। 2 ਥਾਂ ਹੀ ਵਾਹੀ ਹੋਣ ਕਰਕੇ ਕਈ ਵਾਰ ਬੇਬੇ ਨੂੰ ਇਕੱਲਿਆਂ ਹੀ ਚੱਕ 27F ਰਹਿ ਕੇ ਵਾਹੀ ਦਾ ਕੰਮ ਸੰਭਾਲਣਾ ਪੈਂਦਾ ਤੇ ਬਾਕੀ ਜਾਣੇ ਬਹਾਵਲਪੁਰ ਚਲੇ ਜਾਂਦੇ। ਬੇਬੇ ਦੇ ਖੇਤ ਕੰਮ ਕਰਦੇ ਰਹਿਣ ਬਾਰੇ ਬਾਬਾ ਜੀ ਹੋਰੀ ਭਲੀ ਭਾਂਤੀ ਜਾਣੂ ਸਨ। ਇਸ ਕਰਕੇ ਉਹ ਨਿਸ਼ਚਿੰਤ ਹੋ ਕੇ ਸਾਰਾ ਕੁਝ ਬੇਬੇ ਦੇ ਆਸਰੇ ਛੱਡ ਕੇ ਕਾਫੀ ਦੇਰ ਬਹਾਵਲਪੁਰ ਲਾ ਆਉਂਦੇ ਸਨ। ਜਿਵੇਂ ਕਹਿੰਦੇ ਨੇ, ਕੰਮ ਕਰਨ ਵਾਲੇ ਬੰਦੇ ਨੂੰ ਕੰਮ ਮਿਲਦਾ ਹੀ ਰਹਿੰਦਾ ਹੈ। ਇਸ ਕਥਨ ਅਨੁਸਾਰ ਬੇਬੇ ਨੇ ਇੱਕ ਵਾਰ ਫੇਰ ਹਲ ਦੀ ਮੁੰਨੀ ਫੜ ਲਈ ਤੇ ਵਾਹੀ ਦਾ ਕੰਮ ਸੰਭਾਲ ਲਿਆ। ਭਾਵੇਂ ਉਹਨਾਂ ਵੇਲਿਆਂ 'ਚ ਉੱਥੇ ਰਾਜਸਥਾਨ ਵਿੱਚ ਘਰਾਂ ਦੀਆਂ 4 ਦੀਵਾਰੀਆਂ ਨਹੀਂ ਸੀ ਹੁੰਦੀਆਂ, ਪਰ ਬੇਬੇ ਨੂੰ ਕਦੇ ਡਰ ਡੁਰ ਨਹੀਂ ਸੀ ਲੱਗਿਆ। ਬੇਬੇ ਦੇ ਦੱਸਣ ਮੁਤਾਬਕ ਉੱਥੇ ਹੋਰ ਤਾਂ ਕੋਈ ਡਰ ਨਹੀਂ ਸੀ ਹੁੰਦਾ, ਪਰ ਰਾਤਾਂ ਨੂੰ ਚੋਰ ਜ਼ਰੂਰ ਪਸ਼ੂ ਖੋਲ ਕੇ ਲੈ ਜਾਂਦੇ ਤੇ ਰਾਤੋਂ ਰਾਤ ਦੂਰ ਨਿਕਲ ਜਾਂਦੇ ਸਨ। ਸਵੇਰੇ ਕੋਈ ਖੁਰਾ ਖੋਜ ਵੀ ਨਾ ਲੱਭਦਾ, ਕਿਉਂਕਿ ਟਿੱਬਿਆਂ ਤੇ ਪੈੜਾਂ ਦੇ ਨਿਸ਼ਾਨ ਬਹੁਤ ਜਲਦੀ ਮਿਟ ਜਾਂਦੇ ਸਨ। ਬੇਬੇ ਨੇ ਦੱਸਣਾ ਕਿ ਉਹਨੇ ਰਾਤ ਨੂੰ ਸਿਰਹਾਣੇ ਕਿਰਪਾਨ ਰੱਖ ਕੇ ਸਿਰ ਤੇ ਸਾਫਾ ਬੰਨ੍ਹ ਕੇ ਸੌਂ ਜਾਣਾ, ਤਾਂ ਜੋ ਕਿਸੇ ਆਦਮੀ ਦੇ ਸੁੱਤੇ ਹੋਣ ਦਾ ਭੁਲੇਖਾ ਪੈਂਦਾ ਰਹੇ। ਇੱਕ ਅੱਧੀ ਵਾਰ ਇੰਜ ਵੀ ਹੋਇਆ ਕਿ ਚੋਰਾਂ ਨੇ ਪਸ਼ੂ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਪਸ਼ੂਆਂ ਦੀ ਹਿਲਜੁਲ ਤੇ ਪੈਰਾਂ ਦੀ ਬਿੜਕ ਨਾਲ ਬੇਬੇ ਦੀ ਅੱਖ ਖੁੱਲ੍ਹ ਗਈ। ਬੇਬੇ ਨੇ ਕਿਰਪਾਨ ਸੰਭਾਲਦਿਆਂ ਜ਼ੋਰ ਦੀ ਲਲਕਰਾ ਮਾਰਿਆ, "ਕਿਹੜੇ ਹੋ ਬਈ, ਸੰਭਲ ਕੇ।" ਚੋਰਾਂ ਨੂੰ ਡਰਦੇ ਮਾਰੇ ਥਾਈਂ ਰੱਸੇ ਭੱਜ ਕੇ ਛੱਡਣਾ ਪਿਆ। ਇਸ ਤਰ੍ਹਾਂ ਕੁਝ ਨਾ ਕੁਝ ਵਾਪਰਦਾ ਰਹਿੰਦਾ। ਉੱਥੇ ਰਹਿੰਦਿਆਂ ਬੇਬੇ ਦਾ ਹਰ ਦਿਨ ਜੀਵਨ ਦੀਆਂ ਤਲਖ ਹਕੀਕਤਾਂ ਤੇ ਹਾਲਾਤਾਂ ਨਾਲ ਸਾਹਮਣਾ ਹੁੰਦਾ ਹੀ ਰਿਹਾ, ਜਿਸ ਨੇ ਬੇਬੇ ਨੂੰ ਆਦਮੀ ਵਾਂਗ ਹੋਰ ਵੀ ਸਖਤ ਜਾਨ ਬਣਾ ਦਿੱਤਾ। ਜਦੋਂ ਭਾਰਤ ਪਾਕਿਸਤਾਨ ਦੀ ਵੰਡ ਦਾ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਬਾਬਾ ਜੀ ਹੋਰੀ ਰੌਲੇ ਗੌਲੇ ਤੋਂ ਪਹਿਲਾਂ ਹੀ ਚੱਕ 27 ਆ ਗਏ। ਸਾਰਾ ਪਰਿਵਾਰ ਇੱਕ ਵਾਰ ਫਿਰ ਇਕੱਠਾ ਰਹਿਣ ਲੱਗਾ। ਇੱਥੇ ਰਹਿੰਦਿਆਂ ਹੀ ਮੇਰੇ ਬਾਪੂ ਜੀ ਤੇ ਚਾਚਾ ਜੀ ਦਾ ਜਨਮ ਹੋਇਆ।
ਬੇਬੇ ਦੱਸਦੀ ਹੁੰਦੀ ਸੀ ਕਿ ਕੰਮ ਧੰਦੇ ਕਰਕੇ ਤਾਂ ਕਦੇ ਕੋਈ ਬਹੁਤੀ ਸਮੱਸਿਆ ਨਹੀਂ ਸੀ ਆਈ, ਪਰੰਤੂ ਬਾਬਾ ਜੀ ਦਾ ਸੁਭਾਅ ਬੜਾ ਗਰਮ ਸੀ, ਜਿਸ ਕਰਕੇ ਛੋਟੀ ਜਿਹੀ ਗੱਲ ਤੋਂ ਬੇਬੇ ਤੇ ਹੱਥ ਚੱਕਣਾ ਜਾਂ ਗਾਲ ਕੱਢਣੀ ਆਮ ਜਿਹੀ ਗੱਲ ਸੀ। ਬੇਬੇ ਨੂੰ ਗਾਲ ਸਹਿਣਾ ਬੜਾ ਔਖਾ ਲੱਗਦਾ ਸੀ, ਕਿਉਂਕਿ ਉਸ ਦੇ ਪੇਕੀ ਔਰਤ ਤੇ ਤਾਂ ਕੀ, ਕੋਈ ਪਸ਼ੂਆਂ ਤੇ ਵੀ ਹੱਥ ਚੱਕਣਾ ਤਾਂ ਦੂਰ ਦੀ ਗੱਲ, ਗਾਲ ਵੀ ਨਹੀਂ ਸੀ ਦਿੰਦਾ। ਉਹਨਾਂ ਵੇਲਿਆਂ ਵਿੱਚ ਪੀਣ ਲਈ ਪਾਣੀ ਡਿੱਗੀਆਂ ਤੋਂ ਭਰ ਕੇ ਲਿਆਉਣਾ ਪੈਂਦਾ ਸੀ। ਇੱਕ ਦਿਨ ਪਾਣੀ ਲੈਣ ਗਈ ਬੇਬੇ ਥੋੜਾ ਲੇਟ ਹੋ ਗਈ, ਜਾਂ ਰੱਬ ਜਾਣੇ ਕੀ ਗੱਲ ਹੋਈ, ਉਹਦੇ ਘਰੇ ਵੜਦਿਆਂ ਸਾਰ ਬਾਬਾ ਜੀ ਨੇ ਬੇਬੇ ਨੂੰ ਮਾਂ ਦੀ ਗਾਲ ਕੱਢ ਕੇ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਸ਼ਾਇਦ ਹੱਥ ਵੀ ਚੱਕਿਆ। ਮਾਰ ਤਾਂ ਬੇਬੇ ਨੇ ਸਹਿ ਲਈ, ਪਰ ਮਾਂ ਦੀ ਗਾਲ ਨੇ ਬੇਬੇ ਨੂੰ ਮਰੀ ਹੋਈ ਮਾਂ ਯਾਦ ਕਰਾ ਦਿੱਤੀ। ਬੇਬੇ ਨੂੰ ਲੱਗਿਆ ਇਸ ਦਾ ਫੈਸਲਾ ਅੱਜ ਜ਼ਰੂਰੀ ਕਰਨਾ ਪੈਣਾ ਹੈ। ਭਰੀਆਂ ਅੱਖਾਂ ਨਾਲ ਬਾਬਾ ਜੀ ਨੂੰ ਸੰਬੋਧਿਤ ਹੋ ਕੇ ਕਹਿਣ ਲੱਗੀ, ਸੰਪੂਰਨ ਦੇ ਬਾਪੂ, ਜੇ ਮੇਰੀ ਕੋਈ ਵੀ ਗਲਤੀ ਤੈਨੂੰ ਲੱਗੇ, ਤੂੰ ਜੀ ਸਦਕੇ ਮੇਰੇ ਦੋ ਮਾਰ ਲਈ, ਪਰ ਰੱਬ ਦਾ ਵਾਸਤਾ ਅੱਗੇ ਤੋਂ ਮੈਨੂੰ ਮਾਂ ਦੀ ਗਾਲ ਨਾ ਕੱਢੀ। ਜਿਹੋ ਜਿਹੀ ਤੇਰੀ ਮਾਂ ਉਹੋ ਜਿਹੀ ਮੇਰੀ। ਮੇਰੀ ਮਾਂ ਦੀ ਤਾਂ ਮੈਨੂੰ ਸ਼ਕਲ ਵੀ ਯਾਦ ਨਹੀਂ ਰਹੀ। ਹੁਣ ਤਾਂ ਤੇਰੀ ਮਾਂ ਮੇਰੀ ਮਾਂ ਹੈ। ਮੇਰੀ ਬੇਨਤੀ ਹੈ ਤੇਰੇ ਮੂਹਰੇ, ਜੇ ਮੇਰੀ ਮਰੀ ਮਾਂ ਦਾ ਮਾਣ ਰੱਖ ਸਕੇ, ਦੁਬਾਰਾ ਗਾਲ ਨਾ ਕੱਢੀ। ਪਤਾ ਨਹੀਂ ਬੇਬੇ ਦੇ ਕਹਿਣ ਵਿੱਚ ਕਿਸ ਤਰ੍ਹਾਂ ਦਾ ਅਸਰ ਸੀ ਕਿ ਮੁੜ ਕੇ ਕਦੇ ਬਾਬਾ ਜੀ ਨੇ ਬੇਬੇ ਤਾਂ ਕੀ, ਕਿਸੇ ਨੂੰ ਵੀ, ਮਾਂ ਦੀ ਤਾਂ ਕੀ, ਕੋਈ ਵੀ ਗਾਲ ਨਹੀਂ ਕੱਢੀ। ਇਹ ਘਟਨਾ ਬੇਬੇ ਦੇ ਪਰਲੋਕ ਗਮਨ ਉਪਰੰਤ ਬਾਬਾ ਜੀ ਬਹੁਤ ਵਾਰ ਸਾਡੇ ਨਾਲ ਸਾਂਝੀ ਕਰਕੇ ਅੱਖਾਂ ਭਰ ਆਉਂਦੇ ਸੀ। ਅੱਜ ਵੀ ਬੇਬੇ ਦੇ ਪ੍ਰਤਾਪ ਕਰਕੇ ਚੌਥੀ ਪੀੜ੍ਹੀ ਵਿੱਚ ਸਾਡੇ ਘਰ ਵਿੱਚ ਉਹੀ ਪ੍ਰਥਾ ਕਾਇਮ ਹੈ। ਸੋ ਦੁੱਖ ਤਕਲੀਫਾਂ ਨਾਲ ਲੜਦਾ ਬੰਦਾ ਅਕਸਰ ਦਲੇਰ ਹੋ ਹੀ ਜਾਂਦਾ ਹੈ। ਤੁਹਾਡਾ ਕੀ ਕਹਿਣਾ ਹੈ? ਆਪਣੇ ਵਿਚਾਰ ਜ਼ਰੂਰ ਲਿਖ ਕੇ ਦੱਸਿਓ। ਕਹਾਣੀ ਚੰਗੀ ਲੱਗੀ ਲਾਈਕ ਸ਼ੇਅਰ ਵੀ ਜ਼ਰੂਰ ਕਰਿਓ ਆਪਣੇ ਦੋਸਤਾਂ ਨਾਲ। ਸੁਣਨ ਲਈ ਧੰਨਵਾਦ।